ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਕਥਾ ਪੰਜਾਬ ਵਿੱਚੋਂ ਸ਼ਾਮਲ ਕੀਤੇ ਗਏ ਕਹਾਣੀਕਾਰ ਗੁਰਦਿਆਲ ਸਿੰਘ ਸੰਧੂ ਦੀ ਗੱਲ ਕਰਨ ਜਾ ਰਹੇ ਹਾਂ। ਜਿਵੇਂ ਤੁਹਾਨੂੰ ਪਤਾ ਹੀ ਹੈ, ਕਥਾ ਪੰਜਾਬ ਦੇ ਸੰਪਾਦਕ ਡਾਕਟਰ ਹਰਭਜਨ ਸਿੰਘ ਹਨ ਅਤੇ ਉਹਨਾਂ ਨੇ ਇਸ ਪਾਠ ਪੁਸਤਕ ਦੇ ਵਿੱਚ ਚੋਣਵੇਂ ਪੰਜਾਬੀ ਕਹਾਣੀਕਾਰਾਂ ਦੀਆਂ ਪ੍ਰਤੀਨਿਧ ਕਹਾਣੀਆਂ ਨੂੰ ਸ਼ਾਮਲ ਕੀਤਾ ਹੈ ਔਰ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਠੱਗੀ ਉਹਨਾਂ ਦੇ ਵਿੱਚੋਂ ਇੱਕ ਹੈ। ਅੱਜ ਆਪਾਂ ਆਪਣੇ ਇਸ ਲੈਕਚਰ ਦੇ ਵਿੱਚ ਗੁਲਜ਼ਾਰ ਸਿੰਘ ਸੰਧੂ ਦੇ ਜੀਵਨ ਵੇਰਵੇ ਦੀ ਗੱਲ ਕਰਾਂਗੇ, ਉਹਨਾਂ ਦੀ ਪੰਜਾਬੀ ਕਹਾਣੀ ਨੂੰ ਦੇਣ ਉਹਦੇ ਬਾਰੇ ਗੱਲ ਕਰਾਂਗੇ। ਨਾਲ ਹੀ ਆਪਾਂ ਉਹਨਾਂ ਦੀ ਜਿਹੜੀ ਕਹਾਣੀ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਠੱਗੀ, ਉਹਦੇ ਵਿਸ਼ੇ ਵਸਤੂ, ਉਹਦੇ ਸਾਰ ਅਤੇ ਉਹਦੇ ਵਿੱਚੋਂ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੀ ਗੱਲ ਕਰਾਂਗੇ। ਵਿਦਿਆਰਥੀਓ, ਗੁਲਜ਼ਾਰ ਸਿੰਘ ਸੰਧੂ ਦਾ ਜਨਮ 1935 ਈਸਵੀ ਦੇ ਵਿੱਚ ਹੋਇਆ। ਉਹਨਾਂ ਨੇ MA ਅੰਗਰੇਜ਼ੀ ਦੀ ਡਿਗਰੀ ਕੀਤੀ, ਵਿੱਦਿਆ ਹਾਸਲ ਕੀਤੀ MA ਤੱਕ ਦੀ ਅੰਗਰੇਜ਼ੀ ਵਿਸ਼ੇ ਦੇ ਵਿੱਚ। ਫਿਰ ਵਿਦਿਆਰਥੀਓ, ਉਹਨਾਂ ਨੇ ਪ੍ਰੋਫੈਸਰੀ ਦਾ ਕਿੱਤਾ ਕੀਤਾ ਪੱਤਰਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ। ਉਹਨਾਂ ਦਾ ਜਿਹੜੀ ਕਹਾਣੀ ਸੰਗ੍ਰਹਿ ਹੈ, ਉਹਨਾਂ ਦਾ ਵੇਰਵਾ ਇਸ ਤਰ੍ਹਾਂ। ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਉਹਨਾਂ ਦਾ ਹੁਸਨ ਦੇ ਹਾਣੀ, ਫਿਰ ਇੱਕ ਸਾਂਝ ਪੁਰਾਣੀ, ਸੋਨੇ ਦੀ ਇੱਟ, ਅਮਰ ਕਥਾ। ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਹੈ। ਉਸ ਤੋਂ ਬਾਅਦ ਵੀ, ਕਿਉਂਕਿ ਇਹ ਪਾਠ ਪੁਸਤਕ ਜਿਹੜੀ ਤੁਹਾਡੀ ਹੈਗੀ ਹੈ ਕਾਫੀ ਪਹਿਲਾਂ ਸੰਪਾਦਿਤ ਕੀਤੀ ਗਈ ਸੀਗੀ, ਉਸ ਤੋਂ ਬਾਅਦ ਵੀ ਇਹਨਾਂ ਨੇ ਕਾਫੀ ਕਹਾਣੀ ਸੰਗ੍ਰਹਿ ਲਿਖੇ ਹੈ। ਮੌਜੂਦਾ ਪਤਾ ਉਹ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਹਾਇਸ਼ ਰਹੀ ਹੈ। ਗੁਲਜ਼ਾਰ ਸੰਧੂ ਉਮਰ ਵਿੱਚ ਨਵੀਂ ਪੀੜ੍ਹੀ ਦੀ ਕਹਾਣੀਕਾਰਾਂ ਨਾਲ ਸੰਬੰਧਿਤ ਹੈ। ਜਦੋਂ ਇਹ ਪਾਠ ਪੁਸਤਕ ਸੰਪਾਦਿਤ ਕੀਤੀ ਗਈ ਸੀ ਨਾ, ਕਥਾ ਪੰਜਾਬ, ਉਸ ਸਮੇਂ, ਕਿਉਂਕਿ ਉਦੋਂ ਬਾਅਦ 30-35 ਸਾਲ ਹੋ ਗਏ, ਹੁਣ ਤਾਂ ਇੱਕ ਨਵਾਂ ਪੋਜ ਵੀ ਆ ਗਿਆ ਪੰਜਾਬੀ ਕਹਾਣੀ ਦੇ ਵਿੱਚ। ਔਰ ਗੁਲਜ਼ਾਰ ਸੰਧੂ ਉਸ ਸਮੇਂ ਨਵੀਂ ਪੀੜ੍ਹੀ ਦਾ ਕਹਾਣੀਕਾਰ ਸੀ, ਜਿਹੜੀ ਪੰਜਾਬੀ ਸਾਹਿਤ ਦੇ ਵਿੱਚ ਚੱਲ ਰਹੀ ਸੀਗੀ। ਉਹਦਾ ਜਿਹੜਾ ਭਾਵ ਬੋਧ ਤੇ ਰਚਨਾ ਵਿਧੀ ਵਿੱਚ ਪੁਰਾਣੀ ਸੇਖੋਂ ਕਹਾਣੀ ਦਾ ਅਨੁਗਾਮੀ ਹੈ। ਇਹਦਾ ਭਾਵ ਇਹ ਹੈ ਕਿ ਸੇਖੋਂ ਦੀ ਕਹਾਣੀ ਦੇ ਵਿੱਚ ਜਿਸ ਢੰਗ ਦੇ ਨਾਲ ਕਥਾ ਚਲਾਈ ਜਾਂਦੀ ਸੀ ਜਾਂ ਕਥਾ ਪੇਸ਼ ਕੀਤੀ ਜਾਂਦੀ ਸੀ ਜਾਂ ਕਹਾਣੀ ਪੇਸ਼ ਕੀਤੀ ਜਾਂਦੀ ਸੀ, ਉਸੇ ਢੰਗ ਦੇ ਨਾਲ ਗੁਲਜ਼ਾਰ ਸੰਧੂ ਵੀ ਆਪਣੀਆਂ ਕਹਾਣੀਆਂ ਦੀ ਰਚਨਾ ਕਰਦਾ। ਉਮਰ ਦਾ ਬਹੁਤਾ ਸਮਾਂ ਸ਼ਹਿਰਾਂ ਵਿੱਚ ਕੱਟਣ ਦੇ ਬਾਵਜੂਦ ਉਹਦੀ ਭਾਵਾਤਮਿਕ ਸਾਂਝ ਪੰਜਾਬ ਦੇ ਪੇਂਡੂ ਜੀਵਨ ਨਾਲ ਹੈ। ਵਿਦਿਆਰਥੀਓ, ਜਿਹੜੇ ਲੋਕ ਪਿੰਡਾਂ ਦੇ ਵਿੱਚ ਜਨਮ ਲੈਂਦੇ ਆ, ਉਸ ਤੋਂ ਬਾਅਦ ਪੜ੍ਹ ਲਿਖ ਕੇ ਸ਼ਹਿਰਾਂ ਦੇ ਵਿੱਚ ਸੈਟਲ ਹੋ ਜਾਂਦੇ ਆ, ਪਰ ਉਹਨਾਂ ਦਾ ਜਿਹੜਾ ਜੀਵਨ ਅਨੁਭਵ ਹੁੰਦਾ ਪਿੰਡ ਨਾਲ ਹੀ ਜੁੜਿਆ ਰਹਿੰਦਾ। ਪੇਂਡੂ ਜੀਵਨ ਦੀਆਂ ਸਮੱਸਿਆਵਾਂ ਤੋਂ ਵਧੇਕ ਉਹ ਪੇਂਡੂ ਸੰਵੇਦਨਾ ਦਾ ਕਹਾਣੀਕਾਰ ਹੈ। ਪੰਜਾਬ ਦੇ ਪਿੰਡਾਂ ਨੇ ਆਪਣੀਆਂ ਸਮੱਸਿਆਵਾਂ ਲਗਭਗ ਹੱਲ ਕਰ ਲਈਆਂ ਹਨ। ਪੇਂਡੂ ਵਿਅਕਤੀ ਦਾ ਵਿਅਕਤੀ ਦੇ ਰੂਪ ਵਿੱਚ ਅਧਿਐਨ ਸਾਡੇ ਕਹਾਣੀਕਾਰਾਂ ਨੇ ਅਜੇ ਵਿੱਢਿਆ ਹੀ ਨਹੀਂ। ਜਿਹੜੀਆਂ ਕੁਝ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਸਮਾਜ ਦੇ ਵਿੱਚ, ਉਹ ਸਮੱਸਿਆਵਾਂ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਸੰਪਾਦਕ ਦੇ ਅਨੁਸਾਰ ਖਤਮ ਹੋ ਗਈਆਂ, ਜਿਵੇਂ ਜਾਤੀਵਾਦ ਜਾਂ ਕੋਈ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਸੀਗੀਆਂ। ਪਰ ਜਿਹੜਾ ਇੱਕ ਵਿਅਕਤੀ ਦੇ ਰੂਪ ਦੇ ਵਿੱਚ ਹਜੇ ਅਧਿਐਨ ਕਰਨ ਦਾ ਜਿਹੜਾ ਪ੍ਰਥਾ ਹੈਗੀ ਹੈ ਜਾਂ ਇੱਕ ਰੀਤ ਹੈਗੀ ਹੈ, ਉਹ ਹਜੇ ਸਾਡੇ ਕਹਿੰਦੇ ਪੰਜਾਬੀ ਕਹਾਣੀਕਾਰਾਂ ਨੇ ਪੇਸ਼ ਨਹੀਂ ਕੀਤੀ, ਸ਼ੁਰੂ ਨਹੀਂ ਕੀਤੀ। ਸਾਡੀਆਂ ਪੇਂਡੂ ਕਹਾਣੀਆਂ ਬਹੁਤ ਕਰਕੇ ਪੇਂਡੂ ਅਵਚੇਤਨ ਦੇ ਭਾਵ ਪ੍ਰਸੰਗ ਪ੍ਰਬੰਧ ਨਾਲ ਸੰਬੰਧਿਤ ਹਨ। ਜੋ ਘਟਨਾਕ੍ਰਮ ਵਾਪਰਦਾ ਉਸੇ ਦੇ ਨਾਲ ਹੀ ਜੁੜੀਆਂ ਰਹਿੰਦੀਆਂ ਨੇ। ਮਨੁੱਖ ਦਾ ਅੰਦਰਲਾ ਆਪਾ, ਉਹਦੀ ਸੋਚ, ਉਹਦੇ ਨਾਲ ਅਜੇ ਪੰਜਾਬੀ ਕਹਾਣੀ ਕਹਿੰਦਾ ਪਿੰਡਾਂ ਦੇ ਨਾਲ ਜੁੜੀ ਨਹੀਂ, ਇਹ ਸੰਪਾਦਕ ਦਾ ਕਹਿਣਾ ਹੈ। ਠੱਗੀ ਉਹਨਾਂ ਗਿਣੀਆਂ ਚੁਣੀਆਂ ਕਹਾਣੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਵਿੱਚ ਨਵੇਂ ਉਸਰ ਰਹੇ ਪੰਜਾਬ ਦੇ ਮੁਹਾਂਦਰੇ ਨੂੰ ਆਪਣਾ ਸਵਰ ਉਚਾਰਨ ਦਾ ਮੌਕਾ ਮਿਲਿਆ ਹੈ। ਨਵਾਂ ਭਾਖੜਾ ਬੰਨ ਪੁਰਾਣੀ ਭਾਵ ਵਿਧੀ ਨਾਲ ਸੰਬੰਧਿਤ ਹੋ ਕੇ ਪੇਸ਼ ਹੋਇਆ ਹੈ। ਮਾਂਦੀ ਪਈ ਬੁੱਢੀ, ਮਾਂਦੀ ਹੁੰਦਾ ਹੈਗਾ ਬਿਮਾਰ ਹੋਈ, ਉਹਨੂੰ ਬਿਮਾਰੀ ਚੁੰਬੜੀ ਹੋਈ ਹੈ। ਉਹ ਬੁੱਢੀ ਜਿਹੜੀ ਇਸ ਕਹਾਣੀ ਦੇ ਵਿੱਚ ਜੰਮੂ ਵਾਲੀ ਬੇਬੇ ਕਰਕੇ ਪੇਸ਼ ਹੋਈ ਹੈ, ਉਸ ਨੂੰ ਇੱਕ ਬਿਮਾਰੀ ਲੱਗੀ ਹੈ। ਇਸੇ ਕਰਕੇ ਉਹ
ਸੋਚ ਰਹੀ ਹੈ ਆਪਣੇ ਆਪ ਦੇ ਵਿੱਚ, ਆਪਣੇ ਭਵਿੱਖ ਬਾਰੇ, ਆਪਣੇ ਜਿਹੜਾ ਪਾਸਟ ਸੀਗਾ, ਜਿਹੜਾ ਲੰਘ ਚੁੱਕਾ ਸਮਾਂ, ਉਹਦੇ ਬਾਰੇ। ਉਹ ਸਾਰੀਆਂ ਗੱਲਾਂ ਕਹਾਣੀਕਾਰ ਨੇ ਇਸ ਕਹਾਣੀ ਦੇ ਵਿੱਚ ਪੇਸ਼ ਕੀਤੀਆਂ। ਔਰ ਜਿਹੜੀ ਇਹ ਬਿਮਾਰ ਔਰਤ ਹੈ ਬੇਬੇ, ਸਾਰੀ ਸਥਿਤੀ ਕਿਸੇ ਘਟਨਾ ਜਾਂ ਸਮੱਸਿਆ ਨਾਲ ਸੰਬੰਧਿਤ ਨਾ ਹੋ ਕੇ ਨਿਸ਼ਚਿਤ ਭਾਵ ਪ੍ਰਬੰਧ ਨਾਲ ਸੰਬੰਧਿਤ ਹੈ। ਇਹ ਭਾਵ ਪ੍ਰਬੰਧ ਵਿਅਕਤੀਗਤ ਨਹੀਂ, ਪੰਜਾਬ ਦੇ ਸਮੁੱਚੇ ਕਿਰਸਾਨੀ ਵਰਗ ਦਾ ਪ੍ਰਤੀਨਿਧ ਹੈ। ਹਾਂ ਵਿਦਿਆਰਥੀਓ, ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਜਿਸ ਔਰਤ ਦੀ ਗੱਲ ਕੀਤੀ ਹੈ, ਜੰਮੂ ਵਾਲੀ ਬੇਬੇ ਦੀ, ਉਸ ਨੂੰ ਇੱਕ ਨਾਮੁਰਾਦ ਬਿਮਾਰੀ ਅਧਰੰਗ ਉਹ ਲੱਗੀ ਹੋਈ ਹੈ ਅਤੇ ਉਹਦਾ ਇੱਕ ਪਾਸਾ ਮਾਰਿਆ ਜਾਂਦਾ ਹੈ। ਇਸ ਕਰਕੇ ਉਹ ਮੰਜੇ 'ਤੇ ਪਈ ਹੈ। ਜਦ ਕਿ ਉਹਦੀ ਜਿਹੜੀ ਬੈਕਗਰਾਊਂਡ ਹੈ ਉਹਦੇ ਵਿੱਚ ਜਦੋਂ ਕਹਾਣੀਕਾਰ ਜਾਂਦਾ ਹੈ, ਦੱਸਦਾ ਹੈ ਕਿ ਕਿਵੇਂ ਪਿੰਡ ਦੇ ਵਿੱਚ ਉਹ ਹਰ ਇੱਕ ਦੀ ਖਬਰ ਰੱਖਦੀ ਸੀ ਅਤੇ ਹਰ ਇੱਕ ਇਨਸਾਨ ਦੇ ਨਾਲ ਉਹਦਾ ਸੰਬੰਧ ਸੀ। ਇਕੱਲੇ ਇਕੱਲੇ ਪਿੰਡ ਦੇ ਪਾਤਰ ਬਾਰੇ, ਇਕੱਲੇ ਇਕੱਲੇ ਪਿੰਡ ਦੇ ਇਨਸਾਨ ਬਾਰੇ ਉਹਦੇ ਆਪਣੇ ਵਿਚਾਰ ਸੀ। ਪਰ ਕਿਉਂਕਿ ਇਸ ਕਹਾਣੀ ਦੇ ਵਿੱਚ ਜਦੋਂ ਉਹ ਬਿਮਾਰ ਪੈਂਦੀ ਹੈ ਤਾਂ ਉਹਨੂੰ ਆਪਣੇ ਆਪ ਮੁੱਕਿਆ ਹੋਇਆ ਲੱਗਦਾ ਹੈ। ਉਸ ਤੋਂ ਬਾਅਦ ਉਹਨੂੰ ਕਿਤੋਂ ਖਬਰ ਮਿਲਦੀ ਹੈ ਕਿ ਜਿਹੜਾ ਨਵਾਂ ਭਾਖੜਾ ਡੈਮ ਹੈ ਉਹ ਟੁੱਟਣ ਵਾਲਾ ਹੈ। ਜਦੋਂ ਟੁੱਟ ਜੂਗਾ ਤਾਂ ਸਾਰੇ ਪੰਜਾਬ ਨੂੰ ਰੋੜ ਕੇ ਲੈ ਜੂਗਾ। ਅਤੇ ਉਹਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਹੋ ਗਿਆ, ਵੀ ਮੈਂ ਤਾਂ ਮਰਨ ਲੱਗੀ ਹਾਂ, ਮੇਰੇ ਨਾਲ ਹੀ ਸਾਰੇ ਲੋਕਾਂ ਦਾ ਵੀ ਖਾਤਮਾ ਹੋ ਜਾਊਗਾ। ਇਸ ਦੇ ਨਾਲ ਉਹਦੇ ਮੂੰਹ ਦੇ ਉੱਪਰ ਰੌਣਕ ਆਉਂਦੀ ਹੈ। ਇਹ ਕਹਾਣੀਕਾਰ ਨੇ ਉਹਦੇ ਮਾਨਸਿਕਤਾ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਸੋਚ ਦੇ ਵਿੱਚੋਂ ਕੋਸ਼ਿਸ਼ ਕੀਤੀ ਹੈ। ਆਪਾਂ ਇਸ ਕਹਾਣੀ ਦਾ ਪਹਿਲਾਂ ਪਾਠ ਦੇਖ ਲਈਏ, ਕਹਾਣੀਕਾਰ ਕਹਿਣਾ ਕੀ ਚਾਹੁੰਦਾ ਹੈ, ਉਸ ਤੋਂ ਬਾਅਦ ਵਿਦਿਆਰਥੀ ਆਪਾਂ ਅੱਗੇ ਗੱਲ ਕਰਦੇ ਹਾਂ। ਠੱਗੀ ਕਹਾਣੀ ਹੈ ਜਿਹੜੀ, ਇਸ ਦੇ ਵਿੱਚ ਜਿਹੜਾ ਇਹਦਾ ਵਿਸ਼ਾ ਵਸਤੂ ਆ ਉਹਦੀ ਪੜ੍ਹਤ ਆਪਾਂ ਲੈਂਦੇ ਹਾਂ। ਜਦ ਕਦੀ ਵੀ ਨਸੀਬ ਅਸਾਮ ਤੋਂ ਛੁੱਟੀ ਆਉਂਦਾ ਤਾਂ ਆਪਣੇ ਪਿੰਡ ਜੰਮੂ ਵਾਲੀ ਬੇਬੇ ਨੂੰ ਜ਼ਰੂਰ ਮਿਲਦਾ। ਬੇਬੇ ਵੀ ਇੱਕੋ ਸਾਹ ਅਸੀਸਾਂ ਦੇ ਢੇਰ ਲਾ ਦਿੰਦੀ। ਕਦੋਂ ਆਇਆ ਮੇਰੇ ਮਹਿਲਾਂ ਦਾ ਤੋਤਾ, ਕਿੰਨੀ ਨੌਕਰੀ ਹੈ ਹੁਣ ਤੇਰੀ। ਪ੍ਰਦੇਸ਼ ਰਹਿਣ ਦਾ ਕੈਦ ਕੱਟਣ ਵਾਂਗ ਹੁੰਦਾ ਹੈ। ਕਹਿੰਦੇ ਪ੍ਰਦੇਸ਼ ਦੇ ਵਿੱਚ ਰਹਿਣਾ ਜਿਹੜਾ ਉਹ ਕੈਦ ਕੱਟਣ ਦੇ ਵਾਂਗ ਹੁੰਦਾ ਹੈ। ਪਰ ਕੀ ਮਾੜਾ ਹੈ, ਢਿੱਡ ਦੀ ਖਾਤਰ ਦੁਨੀਆ ਬਹੁਤ ਕੁਝ ਕਰਦੀ ਏ। ਨਸੀਬ ਹੂੰ ਹਾਂ ਕਰਕੇ ਜੰਮੂ ਵਾਲੀ ਦੇ ਸਾਰੇ ਸਵਾਲਾਂ ਦਾ ਐਵੇਂ ਕਿਵੇਂ ਉੱਤਰ ਦੇ ਛੱਡਦਾ। ਅਸਲ ਵਿੱਚ ਉਹ ਉਸ ਦੇ ਨਾਲ ਅਜਿਹੀਆਂ ਗੱਲਾਂ ਕਰਨ ਨਹੀਂ ਸੀ ਜਾਂਦਾ, ਉਹ ਤਾਂ ਕੇਵਲ ਫਰਜ਼ ਨਿਭਾਉਣ ਜਾਂਦਾ ਸੀ ਤਾਂ ਕਿ 80 ਵਰ੍ਹਿਆਂ ਦੀ ਇਹ ਬੁੱਢੀ ਮਨ ਵਿੱਚ ਇਹ ਨਾ ਸੋਚੇ ਕਿ ਫਲਾਣੇ ਦਾ ਮੁੰਡਾ ਕੰਮ 'ਤੇ ਲੱਗਣ ਕਰਕੇ ਰਾਮ ਸਤ ਤੋਂ ਵੀ ਜਾਂਦਾ ਰਿਹਾ। ਨਸੀਬ ਇੱਕ ਫਰਜ਼ ਜਿਹਾ ਨਿਭਾਉਣ ਜਾਂਦਾ ਕਿ ਇਹ ਔਰਤ ਇਹ ਗੱਲ ਨਾ ਸੋਚੇ ਕਿ ਫਲਾਣੇ ਦਾ ਮੁੰਡਾ ਜੋਬ ਦੇ ਵਿੱਚ ਲੱਗ ਗਿਆ, ਨੌਕਰੀ ਲੱਗ ਗਿਆ ਅਤੇ ਉਹ ਸਤਿ ਸ੍ਰੀ ਅਕਾਲ ਬੁਲਾਉਣ ਵੀ ਨਹੀਂ ਆਉਂਦਾ, ਉਹ ਹਾਲ ਪੁੱਛਣ ਵੀ ਨਹੀਂ ਆਉਂਦਾ। ਇਸ ਕਰਕੇ ਉਹ ਕਹਿੰਦਾ ਮੈਂ ਇੱਕ ਮਜਬੂਰੀ ਬਸ ਉਸ ਔਰਤ ਨੂੰ ਮਿਲਣ ਜਾਂਦਾ। ਜਿਸ ਵੇਲੇ ਉਹ ਬੇਬੇ ਦੇ ਸਵਾਲਾਂ ਦਾ ਉੱਤਰ ਦੇ ਰਿਹਾ ਹੁੰਦਾ, ਉਸਦਾ ਦਿਮਾਗ ਅਸਾਮ ਵਿੱਚ ਨਦੀਆਂ ਦੇ ਪੁਲ ਬਣਾਉਣ ਵਾਸਤੇ ਪੁੱਟੀਆਂ ਜਾਣ ਵਾਲੀਆਂ ਖੂਹੀਆਂ ਦੇ ਚੱਕਰ ਲਾ ਰਿਹਾ ਹੁੰਦਾ। ਠੇਕੇਦਾਰ ਸੰਤਰਾਮ ਕੋਲ ਪਤਾ ਨਹੀਂ ਕੀ ਜਾਦੂ ਸੀ ਕਿ ਇੱਕ ਪੁਲ ਬਣਦਾ ਤਾਂ ਦੂਜੇ ਦਾ ਠੇਕਾ ਹੋਰ ਮਿਲ ਜਾਂਦਾ। ਠੇਕੇ ਉੱਤੇ ਵੱਧ ਤੋਂ ਵੱਧ ਗੱਭਰੂਆਂ ਦੀ ਲੋੜ ਹੁੰਦੀ। ਸੰਤਰਾਮ ਪਿੰਡ ਦਾ ਇੱਕ ਗੇੜਾ ਲਾਉਂਦਾ ਅਤੇ ਸਾਰੇ ਗੱਭਰੂਆਂ ਨੂੰ ਹੂੰਝ ਕੇ ਸੈਂਕੜੇ ਕੋਹਾਂ ਦੂਰ ਲੈ ਜਾਂਦਾ। ਨਸੀਬ ਤਾਂ ਭਲਾ ਉਸਦੇ ਪਹਿਲੇ ਠੇਕੇ ਤੋਂ ਹੀ ਉਸਦੇ ਨਾਲ ਸੀ। ਵਿਦਿਆਰਥੀਓ, 3 ਪਾਤਰ ਆਏ ਹਜੇ ਤੱਕ ਇਸ ਕਹਾਣੀ ਦੇ ਵਿੱਚ, ਜਿੰਨੀ ਕੁ ਆਪਾਂ ਕਹਾਣੀ ਪੜ੍ਹੀ ਹੈ। ਪਹਿਲਾ ਨਸੀਬ ਹੋ ਗਿਆ ਇਸ ਕਹਾਣੀ ਦਾ ਕੇਂਦਰੀ ਪਾਤਰ, ਬੇਬੇ ਜੰਮੂ ਵਾਲੀ, ਅਤੇ ਤੀਸਰਾ ਸੰਤਰਾਮ। ਹੁਣ ਇਹਨਾਂ ਤਿੰਨਾਂ ਦੇ ਨਾਲ ਕਹਾਣੀ ਹੈ ਜਿਹੜੀ ਸਾਡੀ ਅੱਗੇ ਵਧ ਰਹੀ ਹੈ, 3 ਪਾਤਰਾਂ ਦੇ ਨਾਲ। ਇੱਕ ਵਾਰੀ ਜਦੋਂ ਉਹ ਆਪਣੀ ਭੈਣ ਦੇ ਵਿਆਹ ਪਿੰਡ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਜੰਮੂ ਵਾਲੀ ਬੇਬੇ ਨੂੰ ਅਧਰੰਗ ਹੋ ਗਿਆ ਹੈ। ਕਿਸੇ ਨੇ ਦੱਸਿਆ ਕਿ ਬੇਬੇ ਦਾ ਇੱਕ ਪਾਸਾ ਬੇਜਾਨ ਹੋ ਗਿਆ ਹੈ ਅਤੇ ਉਹ ਆਪਣੇ ਉਸ ਪਾਸੇ ਦਾ ਕੋਈ ਅੰਗ ਦੂਸਰੇ ਪਾਸੇ ਦੇ ਅੰਗਾਂ ਦੀ ਸਹਾਇਤਾ ਬਿਨਾਂ ਨਹੀਂ ਹਿਲਾ ਸਕਦੀ। ਕੀ ਹੁੰਦੀ ਏ ਚੀਚੀ ਉਂਗਲੀ, ਇਸ ਦੀ ਹਰਕਤ ਵੀ ਉਸਦੇ ਆਪਣੇ ਵੱਸ ਵਿੱਚ ਨਹੀਂ ਸੀ। ਦਿਨ ਰਾਤ ਇੱਕ ਮੰਜੀ 'ਤੇ ਪਈ ਰਹਿੰਦੀ, ਜਿਹੜਾ ਉਸਦੇ 4 ਪੁੱਤਾਂ ਨੇ
ਤੂੜੀ ਵਾਲੇ ਕੋਠੇ ਵਿੱਚ ਡਾਹ ਛੱਡੀ ਸੀ। 4 ਪੁੱਤਰ ਸੀ ਉਹਦੇ, 4 ਪੁੱਤਰਾਂ ਨੇ ਉਹਦੀ ਜਿਹੜੀ ਮੰਜੀ ਸੀਗੀ ਤੂੜੀ ਵਾਲੇ ਕੋਠੇ ਦੇ ਵਿੱਚ ਲਿਜਾ ਕੇ ਰੱਖ ਦਿੱਤੀ ਸੀ, ਕਿਉਂਕਿ ਉਹ ਬਿਮਾਰ ਹੋ ਗਏ ਸੀ, ਉਹਦਾ ਅਧਰੰਗ ਹੋ ਗਿਆ ਸੀ। ਪੁੱਤਰ ਤਾਂ ਪਹਿਲਾਂ ਵੀ ਉਸਦੇ ਇੰਨੇ ਕਾਬੂ ਵਿੱਚ ਨਹੀਂ ਸਨ, ਪਰ ਹੁਣ ਤਾਂ ਨੂੰਹਾਂ ਵੀ ਗੱਲ ਨਾ ਗੌਲਦੀਆਂ। ਤੂੜੀ ਵਾਲੇ ਕੋਠੇ ਦੀ ਮੰਜੀ ਤੇ ਬੇਬੇ ਇਸੇ ਤਾਕ ਵਿੱਚ ਰਹਿੰਦੀ ਕਿ ਚੌਹਾਂ ਵਿੱਚੋਂ ਕੋਈ ਇੱਕ ਨੂੰ ਉਧਰੋਂ ਦੀ ਲੰਘੇ ਤੇ ਉਹ ਆਪਣੇ ਮਨ ਦਾ ਗੁੱਬ-ਗਵਾਟ ਉਸ ਦੇ ਉੱਤੇ ਕੱਢ ਲਵੇ। ਉਸ ਨੂੰ ਕੁਝ ਇੱਦਾਂ ਜਾਪਦਾ ਕਿ ਜਦੋਂ ਤੋਂ ਉਹ ਬਿਮਾਰ ਪਈ ਹੈ, ਘਰ ਵਿੱਚ ਕੋਈ ਵੀ ਕੰਮ ਉਸ ਤਰ੍ਹਾਂ ਨਹੀਂ ਸੀ ਹੋ ਰਿਹਾ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਉਸ ਨੂੰ ਜਾਪਦਾ ਕਿ ਮੱਝ ਗਊ ਵਾਲੀ ਖੁਰਲੀ ਤੇ ਬੰਨ੍ਹ ਛੱਡੀ ਹੈ ਤੇ ਗਊ ਬੱਕਰੀ ਵਾਲੇ ਕਿੱਲੇ ਤੇ। ਨਿੱਕੇ ਨਿੱਕੇ ਕੰਮਾਂ ਦਾ ਵੀ ਉਹਨੂੰ ਗਿਆਨ ਸੀ, ਨਿੱਕੇ ਨਿੱਕੇ ਕੰਮਾਂ ਦੇ ਵਿੱਚ ਵੀ ਉਹ ਇੰਟਰਸਟ ਲੈਂਦੀ ਸੀ। ਕਈ ਵਾਰੀ ਉਹ ਸੁੱਤ ਅਨੀਂਦਰੇ ਦੀ ਅਵਸਥਾ ਵਿੱਚ ਇਹ ਵੀ ਕਹਿੰਦੀ ਸੁਣੀ ਜਾਂਦੀ, ਇਹਨਾਂ ਛਲਾਰੂਆਂ ਨੂੰ ਮੁਰਗੀਆਂ ਵਾਲੇ ਖੱਡੇ ਵਿੱਚ ਕਿਉਂ ਤੁੰਨੀ ਜਾਂਦੇ ਹੋ, ਤੇ ਨਾਲੇ ਇਹ ਵੱਡੇ ਕੁੱਕੜ ਨੂੰ ਪੱਠੇ ਵਾਲੀ ਸੰਗਲੀ ਕਿਉਂ ਪਾ ਰਹੀ ਹੈ, ਪੱਠ ਵਾਲੀ ਸੰਗਲੀ ਕਿਉਂ ਪਾ ਰੱਖੀ ਹੈ। ਉਹ ਬੁੜਾਉਂਦੀ ਸੀ ਆਪਣੇ ਬਿਮਾਰੀ ਦੇ ਵਿੱਚ, ਬਿਮਾਰੀ ਦੀ ਹਾਲਤ ਦੇ ਵਿੱਚ। ਕੋਈ ਬੜੀ ਗੱਲ ਨਹੀਂ ਸੀ ਜੇ ਉਹ ਇਹ ਵੀ ਸੋਚਦੀ ਹੋਵੇ ਕਿ ਉਸ ਦੀ ਛੋਟੀ ਨੂੰਹ ਵੱਡੀ ਨੂੰਹ ਦੇ ਮੰਜੇ ਤੇ ਜਾ ਪਈ ਹੈ ਤੇ ਵੱਡੀ ਵਿਚਕਾਰਲੀ ਦੇ, ਪਰ ਇਹ ਬੇਵੱਸ ਸੀ, ਸਭ ਕੁਝ ਅੰਦਰੋਂ ਅੰਦਰ ਪੀਂਦੀ ਜਾਂਦੀ ਸੀ। ਬੇਬੇ ਦੇ ਪੁੱਤਰਾਂ ਨੂੰ ਬੇਬੇ ਦੇ ਰੋਗ ਦਾ ਬੜਾ ਦੁੱਖ ਸੀ। ਕਿਸੇ ਨੇ ਜੰਗਲੀ ਕਬੂਤਰ ਦਾ ਮਾਸ ਖਵਾਉਣ ਦੀ ਰਾਏ ਦਿੱਤੀ ਤਾਂ ਉਹਨਾਂ ਨੇ ਨੇੜੇ ਤੇੜੇ ਦੇ ਢੱਠੇ ਖੂਹਾਂ ਦੇ ਸਾਰੇ ਕਬੂਤਰ ਇੱਕ ਇੱਕ ਕਰਕੇ ਮਾਰ ਲਿਆਂਦੇ। ਕਿਸੇ ਨੇ ਕੋਈ ਟੀਕਾ ਦੱਸਿਆ ਤਾਂ ਉਹਨਾਂ ਨੇ ਵਿੱਤ ਅਨੁਸਾਰ ਵੱਧ ਤੋਂ ਵੱਧ ਟੀਕੇ ਲਗਵਾਏ। ਖਾਂਦੇ ਪੀਂਦੇ ਜ਼ਿਮੀਂਦਾਰ ਘਰਾਣੇ ਵਿੱਚ ਨਿੱਕੇ ਮੋਟੇ ਖਰਚ ਨਾਲ ਫਰਕ ਹੀ ਕੀ ਪੈਂਦਾ ਹੈ। ਕਿਸੇ ਨੂੰ ਇਹ ਪਤਾ ਚੱਲ ਜਾਵੇ ਸਹੀ ਕਿ ਇਹਨਾਂ ਕੋ ਉਦਮ ਕਰਨ ਨਾਲ ਘਰੋਂ ਜ਼ਹਿਮਤ ਨਿਕਲ ਸਕਦੀ ਹੈ, ਪਰ ਹੁਣ ਤਾਂ ਇਹ ਗੱਲ ਬੇਬੇ ਵੀ ਜਾਣ ਗਈ ਸੀ ਕਿ ਰੋਗ ਦਾ ਇਲਾਜ ਕਿਸੇ ਦੇ ਵੱਸ ਦਾ ਨਹੀਂ ਸੀ ਰਿਹਾ। ਇਸ ਨਿਰਾਸ਼ਤਾ ਦੇ ਵਧਣ ਨਾਲ ਉਹ ਪਹਿਲਾਂ ਨਾਲੋਂ ਵੀ ਉਲਟ ਪੁਲਟ ਸੋਚਾਂ ਸੋਚਦੀ ਸੀ, ਜਿਹੜੀਆਂ ਗੱਲਾਂ ਆਪਣੀਆਂ ਨੂੰਹਾਂ ਸੱਚ ਪੁੱਛੋ ਤਾਂ ਪਿੰਡ ਦੀਆਂ ਸਾਰੀਆਂ ਨੂੰਹਾਂ ਬਾਰੇ ਉਸ ਦੇ ਅੰਦਰ ਹੀ ਅੰਦਰ ਰਹਿੰਦੀਆਂ ਸਨ। ਹੁਣ ਉਹ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆਉਣ ਲੱਗੀਆਂ। ਪਿੰਡ ਦਾ ਕੋਈ ਵੀ ਜੀ ਉਸ ਦੀ ਖਬਰ ਲਈ ਨਾ ਜਾਂਦਾ। ਪੁੱਤ ਧੀਆਂ ਵੀ ਰੋਟੀ ਪਾਣੀ ਸਰਹਾਣੇ ਰੱਖ ਕੇ ਇੱਕ ਪਾਸੇ ਹੋ ਜਾਂਦੇ। ਜੇ ਕੋਈ ਉਸ ਨਾਲ ਗੱਲ ਕਰਦਾ ਵੀ ਤਾਂ ਅਜਿਹਾ ਬੰਦਾ ਜਿਹੜਾ ਨਸੀਬ ਵਾਂਗ ਕਈ ਮਹੀਨੇ ਬਾਹਰ ਰਹਿ ਕੇ ਕਦੇ ਕਦਾਈ ਛੁੱਟੀ ਆਉਂਦਾ। ਇਸ ਤਰ੍ਹਾਂ ਨਾਲ ਵਿਦਿਆਰਥੀ ਉਹ ਤੋਂ ਇੱਕ ਤਰ੍ਹਾਂ ਨਾਲ ਖੜਾ ਜਿਹਾ ਚੜਾਉਣ ਲੱਗ ਗਏ ਸੀ ਘਰ ਵਾਲੇ ਵੀ। ਨਸੀਬ ਨੂੰ ਜੰਮੂ ਵਾਲੀ ਬੇਬੇ ਬਾਰੇ ਸੁਣ ਕੇ ਬੜਾ ਦੁੱਖ ਹੋਇਆ। ਇੱਕ ਤੁਰਦਾ ਫਿਰਦਾ ਬੰਦਾ ਜਿਹੜਾ ਪਿੰਡ ਦੇ ਜੀ ਦੀ ਸਾਰ ਲੈ ਕੇ ਹੀ ਪੂਰੀ ਨੀਂਦਰ ਸੌਂ ਸਕਦਾ ਸੀ, ਕਿਵੇਂ ਸਾਰਾ ਦਿਨ ਮੰਜੀ ਨਾਲ ਲੱਗ ਕੇ ਪਿਆ ਰਹਿ ਸਕਦਾ ਹੈ। ਨਹੀਂ ਤਾਂ ਕਿਹੜੀ ਮਕਾਨ ਸੀ ਜਿਸ ਦੀ ਮੋਹਰੀ ਬੇਬੇ ਨਾ ਹੁੰਦੀ, ਕਿਹੜਾ ਕਾਰਜ ਸੀ ਜਿਸ ਵਿੱਚ ਉਸ ਦੀ ਰਾਏ ਨਾ ਲਈ ਜਾਂਦੀ, ਕਿਹੜੀ ਕੰਧ ਸੀ ਜਿਹੜੀ ਉਸ ਦੀ ਰਾਏ ਬਿਨਾਂ ਉਸਾਰੀ ਜਾਂ ਉਸਰੀ ਸੀ, ਕਿਹੜਾ ਖੂਹ ਸੀ ਜਿਸ ਦਾ ਕੜ ਟੁੱਟਣ ਉਸਦੇ ਅੱਖੀ ਨਹੀਂ ਸੀ ਤੱਕਿਆ। ਮੁਰੱਬੇਬੰਦੀ ਦੇ ਦਿਨਾਂ ਵਿੱਚ ਉਸ ਨੂੰ ਚੱਪੇ ਚੱਪੇ ਦੀ ਕੀਮਤ ਦਾ ਗਿਆਨ ਸੀ, ਇੱਥੋਂ ਤੱਕ ਕਿ ਇਕੱਲੇ ਇਕੱਲੇ ਖੂਹ ਜਾਂ ਰੁੱਖ ਦਾ ਜੋ ਮੁੱਲ ਪਿਆ ਸੀ ਉਹ ਵੀ ਉਸਦੇ ਦਿਲ ਉੱਤੇ ਉਕਰਿਆ ਗਿਆ ਸੀ। ਇਹ ਉਸੇ ਦੀ ਹਿੰਮਤ ਸੀ ਕਿ ਉਸਨੇ ਆਪਣੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਥਾਂ ਜ਼ਮੀਨ ਪਵਾ ਦਿੱਤੀ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਸਕੂਲ ਦਾ ਮਾਸਟਰ ਕਿਹੜੀ ਕੁੜੀ ਵੱਲ ਤੱਕ ਕੇ ਲੰਘਦਾ ਹੈ ਜਾਂ ਪਿੰਡ ਦੇ ਪਟਵਾਰੀ ਦਾ ਕਿਸੇ ਦੇ ਘਰ ਆਉਣਾ ਜਾਣਾ ਹੈ। ਬਿਮਾਰ ਪੈਣ ਤੋਂ ਪਹਿਲਾਂ ਜਦ 15 ਸਾਲ ਦੇ ਇੱਕ ਜੱਟ ਮੁੰਡੇ ਨੇ 13 ਵਰ੍ਹੇ ਦੀ ਚੌਹਾਂ ਦੀ ਕੁੜੀ ਨੂੰ ਘੜਾ ਚੁਕਾਉਣ ਵਿੱਚ ਇਹ ਕਿਹਾ ਸੀ ਕਿ ਇੰਨੇ ਭਾਰ ਨਾਲ ਉਹਦਾ ਲੱਕ ਟੁੱਟ ਜਾਵੇਗਾ ਤਾਂ ਹੋਰ ਕਿਸੇ ਭਾਵ ਪਤਾ ਹੋਵੇ ਜਾਂ ਨਾ, ਜੰਮੂ ਵਾਲੀ ਬੇਬੇ ਜ਼ਰੂਰ ਜਾਣਦੀ ਸੀ ਕਿ ਉੱਤਰ ਵਿੱਚ ਚੌਹਾਂ ਦੀ ਕੁੜੀ ਨੇ ਜੱਟਾਂ ਦੇ ਮੁੰਡੇ ਨੂੰ ਕੁੱਛੜ ਚੁੱਕ ਲੈਣ ਦਾ ਦਾਅਵਾ ਕੀਤਾ ਸੀ। ਹੁਣ ਜਦੋਂ ਕਿ ਬੇਬੇ ਬਿਮਾਰ
ਪਿਆ 6 ਮਹੀਨੇ ਹੋ ਗਏ ਸਨ, ਉਸਨੂੰ ਕੀ ਪਤਾ ਕਿ ਉਹ ਜੱਟਾਂ ਦਾ ਮੁੰਡਾ ਉਸ ਝੌਰਾਂ ਦੀ ਕੁੜੀ ਤੋਂ ਚੁੱਕਿਆ ਵੀ ਗਿਆ ਸੀ ਜਾਂ ਨਹੀਂ। ਸੋ ਵਿਦਿਆਰਥੀਓ, ਉਹ ਕੱਲੀ ਕੱਲੀ ਪਿੰਡ ਦੀ ਹਰ ਇੱਕ ਖਬਰ ਦਾ ਗਿਆਨ ਰੱਖਦੀ ਸੀ। ਨਸੀਬ ਦਾ ਦਿਲ ਮੂੰਹੋਂ ਭਰ ਆਇਆ ਜਦੋਂ ਉਹ ਬੇਬੇ ਨੂੰ ਮਿਲਿਆ ਤਾਂ ਬੇਬੇ ਨੇ 6 ਮਹੀਨੇ ਦੀਆਂ ਡੱਕੀਆਂ ਗੱਲਾਂ ਉਸ ਨਾਲ ਕੀਤੀਆਂ। ਉਸ ਵਰੇ ਮੌਸਮ ਕਿੰਨਾ ਖਰਾਬ ਰਿਹਾ ਸੀ। ਮੀਂਹ ਉੱਤੇ ਮੀਂਹ ਵਰ ਰਹੇ ਸਨ। ਜੰਮਦੀ ਫਸਲ ਨੂੰ ਕੁਤਰਾ ਖਾ ਗਿਆ ਸੀ ਤੇ ਵੱਡੀ ਗੱਲ ਹੋਈ ਨੂੰ ਟਿੱਡੀ ਦਲ ਵੱਡੀ ਹੋਈ ਨੂੰ ਟਿੱਡੀ ਦਲ। ਇਹ ਅਸਲ ਦੇ ਵਿੱਚ ਕਿਸਾਨਾਂ ਦੇ ਜਿਹੜੇ ਸਮੱਸਿਆਵਾਂ ਸੀਗੀਆਂ ਉਹਨਾਂ ਦਾ ਜ਼ਿਕਰ ਕਹਾਣੀਕਾਰ ਕਰ ਰਿਹਾ ਹੈਗਾ ਕਿ ਉਸ ਸਾਲ ਟਿੱਡੀ ਦਲ ਪੈ ਗਿਆ ਸੀ, ਉਸ ਸਾਲ ਜੰਮਦੀ ਫਸਲ ਨੂੰ ਕੁਤਰਾ ਖਾ ਗਿਆ ਸੀ ਤੇ ਜਿਹੜੀ ਵੱਡੀ ਹੋ ਗਈ ਉਹਨੂੰ ਟਿੱਡੀ ਦਲ ਨੇ ਖਾ ਲਿਆ ਸੀ। ਟਿੱਡੀਆਂ ਨੇ ਨਿੰਮ ਦੇ ਪੱਤੇ ਵੀ ਨਹੀਂ ਛੱਡੇ ਸਨ। ਸਾਰੀ ਬਨਸਪਤੀ ਰੁੰਡ ਦੀ ਰੁੰਡ ਹੋਈ ਪਈ ਸੀ। ਉੱਤੋਂ ਜੋਤਸ਼ੀ ਚੈਨ ਨਹੀਂ ਸੀ ਲੈਣ ਦਿੰਦੇ। ਕਹਿੰਦੇ ਸਨ ਕਿ 8 ਗ੍ਰਹਿ ਮਿਲਣ ਵਾਲੇ ਹਨ ਜਿਹੜੇ ਮਿਲਣ ਵਿੱਚ ਨਹੀਂ ਸੀ ਆ ਰਹੇ। ਬੱਚੇ ਵੀ ਜਾਣਦੇ ਸਨ ਕਿ ਪੌਣ ਪਾਣੀ ਤੇ ਮਿੱਟੀ ਨੇ ਇੱਕ ਦੂਜੇ ਵਿੱਚ ਘੁਲ ਮਿਲ ਜਾਣਾ ਸੀ। ਇਹ ਗੱਲ ਵੱਖਰੀ ਸੀ ਕਿ ਰੋਜ਼ਾਨਾ ਜੀਵਨ ਦੇ ਕਾਰੋਬਾਰ ਉਸੇ ਤਰ੍ਹਾਂ ਜਾਰੀ ਸਨ। ਜੱਟ ਉਸੇ ਉਤਸ਼ਾਹ ਨਾਲ ਟਿੱਡੀ ਦਲ ਤੋਂ ਫਸਲਾਂ ਬਚਾ ਰਹੇ ਸਨ। ਮੁੰਡੇ ਕੁੜੀਆਂ ਪਹਿਲਾਂ ਵਾਂਗ ਹੀ ਖੂਹਾਂ ਟੋਭਿਆਂ ਤੇ ਪੱਠੀਆਂ ਤੇ ਮਿਲਦੇ ਤੇ ਅੱਖਾਂ ਮਟੱਕਾ ਕਰਨ ਤੋਂ ਬਾਅਦ ਪਾਣੀ ਦੀ ਬਾਲਟੀ ਫੜ ਜਾਂ ਪੱਠੀ ਤੋਂ ਦਾਣੇ ਚੱਬਦੇ ਨੀਵੀਂ ਪਾਈ ਮੁੜ ਆਉਂਦੇ। ਬੇਬੇ ਦੇ ਕੰਨੀ ਕੋਈ ਗੱਲ ਪੈਂਦੀ ਕੋਈ ਨਾ ਪੈਂਦੀ। ਹਾਂ, ਇੱਕ ਅਫਵਾਹ ਜਿਹੜੀ ਗਰਮਾ ਗਰਮ ਪੰਜਾਬ ਭਰ ਵਿੱਚ ਫੈਲ ਚੁੱਕੀ ਸੀ ਬੇਬੇ ਤੱਕ ਵੀ ਪਹੁੰਚ ਗਈ। ਲੋਕੀ ਕਹਿੰਦੇ ਸਨ ਕਿ ਭਾਖੜੇ ਦੀ ਝੀਲ ਵਿੱਚ ਇੰਨਾ ਪਾਣੀ ਜਮ੍ਹਾਂ ਹੋ ਗਿਆ ਸੀ ਕਿ ਭਾਖੜੇ ਦਾ ਬੰਨ੍ਹ ਹੁਣ ਬਹੁਤੀ ਦੇਰ ਉਸ ਨੂੰ ਡੱਕ ਨਹੀਂ ਸੀ ਸਕਦਾ। ਬੰਨ੍ਹ ਟੁੱਟਣ ਦੇ ਨੁਕਸਾਨ ਬੱਚੇ ਬੱਚੇ ਨੂੰ ਯਾਦ ਸਨ। ਸਾਰੇ ਪੰਜਾਬ ਦੀ ਰਾਣੀ ਧਰਤੀ ਹੜ੍ਹ ਸਮੁੰਦਰ ਵਿੱਚ ਜਾ ਪੈਣੀ ਸੀ। ਇਹ ਲੋਕਾਂ ਦੇ ਮਨ ਦੇ ਵਿੱਚ ਉਦੋਂ ਇੱਕ ਤਰ੍ਹਾਂ ਦਾ ਡਰ ਬੈਠਾ ਹੋਇਆ ਸੀ। ਕਿੱਕਰਾਂ ਬੇਰੀਆਂ ਦਾ ਕੀ, ਪਿੱਪਲਾਂ ਬਰੋਟਿਆਂ ਨੇ ਜੜੋਂ ਉਖੜ ਜਾਣਾ ਸੀ। ਰੇਤ ਬਰੇਤੇ ਤੇ ਕੱਲਰ ਭੋਂ ਵਿੱਚ ਕੋਈ ਅੰਤਰ ਨਹੀਂ ਸੀ ਰਹਿਣਾ। ਪਾਣੀ ਦੇ ਵਾਹ ਨੇ ਦਰਿਆਵਾਂ ਦੇ ਰੁੱਖ ਬਦਲ ਦੇਣੇ ਸਨ। ਜ਼ੋਰ ਨਾਲ ਵਗ ਰਹੇ ਪਾਣੀ ਟੋਇਆਂ ਟਿੱਬਿਆਂ ਨੂੰ ਕੀ ਜਾਣਦੇ ਹਨ। ਨਦੀਆਂ ਨਾਲੇ ਜਰਨੈਲੀ ਸੜਕ ਵਾਂਗ ਸਿੱਧੇ ਵਗ ਤੁਰਨੇ ਸਨ। ਅੰਦਰੋਂ ਅੰਦਰੀ ਹਰ ਇੱਕ ਬੰਦਾ ਡਰ ਰਿਹਾ ਸੀ, ਪਰ ਬਾਹਰੋਂ ਬਾਹਰ ਸਾਰੇ ਹੱਸ ਰਹੇ ਸਨ। ਜੇ ਨਹੀਂ ਸਨ ਡਰਦੇ ਤਾਂ ਇਸ ਭਵਜਲ ਤੋਂ ਕੇਵਲ ਨਿੱਕੇ ਨਿੱਕੇ ਵਾਲ ਨਹੀਂ ਸੀ ਡਰਦੇ। ਕਿਸੇ ਯਾਤਰੂ ਨੇ ਅਖਰੋਟ ਖੇਡਦੇ ਮੁੰਡਿਆਂ ਨੂੰ ਪੁੱਛਿਆ ਸੀ ਕਿ ਉਹ ਇਸ ਘੋਰ ਹਨੇਰੇ ਬਾਹ ਵਿੱਚ ਇੰਨੇ ਜ਼ੋਰ ਸ਼ੋਰ ਨਾਲ ਕਿਵੇਂ ਖੇਡ ਰਹੇ ਹਨ ਤਾਂ ਇੱਕ ਲਾਪਰਵਾਹ ਮੁੰਡੇ ਨੇ ਕਿਹਾ ਸੀ, ਹੋਰ ਕੀ ਕਰੀਏ, ਬਾਪੂ ਕਹਿੰਦਾ ਹੈ ਕਿ ਥੋੜ੍ਹੇ ਦਿਨਾਂ ਤੱਕ ਦੁਨੀਆ ਖਤਮ ਹੋਣ ਵਾਲੀ ਹੈ। ਕਹਿੰਦਾ ਵੀ ਸਾਡਾ ਬਾਪੂ ਕਹਿੰਦਾ ਸੀ ਵੀ ਥੋੜ੍ਹੇ ਦਿਨਾਂ ਬਾਅਦ ਦੁਨੀਆ ਨੇ ਖਤਮ ਹੋ ਜਾਣਾ। ਨਸੀਬ ਇਸ ਸਥਿਤੀ ਵਿੱਚ ਨਹੀਂ ਸੀ ਡੋਲਿਆ। ਜੰਮੂ ਵਾਲੀ ਬੇਬੇ ਖੁਸ਼ ਸੀ ਕਿ ਨਸੀਬ ਨੇ ਲੋਕਾਂ ਵਾਂਗ ਡਰਦਿਆਂ ਆਪਣੀ ਭੈਣ ਦੇ ਵਿਆਹ ਦੀ ਤਰੀਕ ਪਿੱਛੇ ਨਹੀਂ ਸੀ ਪਾਈ। ਉਹ ਖੁਸ਼ ਸੀ ਕਿ ਉਹ ਮੁੰਡੇ ਦੀ ਮਿਹਨਤ ਤਰਲਾ ਕਰਕੇ ਕੁੜੀ ਦੇ ਵਿਆਹ ਵਿੱਚ ਜਾ ਬੈਠੇਗੀ। ਉਹਦੇ ਮਨ 'ਚ ਨਾ ਇੱਕ ਖੁਸ਼ੀ ਸੀਗੀ ਕਿ ਇਸੇ ਕਰਕੇ ਖੁਸ਼ ਹੋ ਰਹੀ ਸੀਗੀ ਉਹ ਕਿ ਮੈਂ ਕਿਸੇ ਨਾ ਕਿਸੇ ਢੰਗ ਨਾਲ ਨਸੀਬ ਦੀ ਭੈਣ ਦੇ ਵਿਆਹ 'ਤੇ ਚਲੀ ਜਾਊਂਗੀ, ਲੋਕਾਂ ਨੂੰ ਮਿਲੂੰਗੀ। ਇਹ ਉਹਦੇ ਮਨ ਦੇ ਵਿੱਚ ਇੱਕ ਵਿਚਾਰ ਸੀ। ਇਹ ਉਹਦੇ ਮਨ ਦੇ ਵਿੱਚ ਖੁਸ਼ੀ ਹੈ ਜਿਹੜੀ ਉਹ ਝਲਕਾਂ ਮਾਰ ਰਹੀ ਸੀਗੀ ਜਾਂ ਅੰਗੜਾਈ ਲੈ ਰਹੀ ਸੀ। ਕੀ ਹੋਇਆ ਜੇ ਉਸ ਦੀ ਸੁਣੀ ਨੂੰ ਅਣਸੁਣੀ ਕਰ ਛੱਡਣਗੇ? ਉਸਨੂੰ ਕੁਝ ਕਹਿਣ ਦਾ ਮੌਕਾ ਤਾਂ ਮਿਲੇਗਾ। ਤੂੰ ਪੁੱਤਰਾ ਸਬੱਬ ਨਾਲ ਆ ਗਿਆ, ਮੈਨੂੰ ਕੁੜੀ ਦਾ ਵਿਆਹ ਜ਼ਰੂਰ ਵਿਖਾ ਦੇਈਂ। ਮੈਂ ਤਾਂ ਇੱਥੇ ਬਰਮੀ ਵਿੱਚ ਪਈ ਰਹਿੰਦੀ ਹਾਂ, ਨਿੱਕਾ ਜਿਹਾ ਕੋਟੜਾ ਜਿਹੜਾ। ਦਿਨ ਦੇ ਦਿਨ ਮੈਨੂੰ ਪੀੜ੍ਹੀ ਉੱਤੇ ਬਿਠਾ ਕੇ ਚਾਨਣੀ ਥੱਲੇ ਲੈ ਜਾਈਂ। ਕੀ ਪਤਾ ਮੈਂ ਕਿੰਨੇ ਦਿਨ ਹੋਰ ਜੀਣਾ, ਮਰਨ ਤੋਂ ਪਹਿਲਾਂ ਮੈਂ ਪਿੰਡ ਦਾ ਮੂੰਹ ਹੀ ਵੇਖ ਲਵਾਂ। ਉਹਦੇ ਮਨ 'ਚ ਇੱਕ ਸੱਦਰ ਜੀ ਜਾਗਦੀ ਹੈ ਕਿ ਮੈਂ ਪਿੰਡ ਦਾ ਮੂੰਹ ਦੇਖ ਲਊਂਗੀ।
ਇੰਨਾ ਕਹਿ ਕੇ ਜੰਮੂ ਵਾਲੀ ਬੇਬੇ ਚੁੱਪ ਹੋ ਗਈ। ਇਸ ਤੋਂ ਵੱਧ ਉਹ ਕਹਿ ਵੀ ਕੀ ਸਕਦੀ ਸੀ। ਤੇ ਫਿਰ ਉਸ ਨੂੰ ਫੁਰਨਾ ਫੁਰਿਆ ਕਿ ਉਹ ਆਪਣੇ ਰੋਗ ਬਾਰੇ ਹੀ ਪੁੱਛ ਦੇਖੇ। ਕੀ ਹਾਲ ਕਿਸੇ ਨੇ ਅਧਰੰਗ ਦਾ ਇਲਾਜ ਨਹੀਂ ਸੀ ਲੱਭਿਆ? ਉਹਦੇ ਮਨ 'ਚ ਸੀਗਾ ਕਿ ਕੀ ਹਾਲੇ ਕਿਸੇ ਨੇ ਅਧਰੰਗ ਦਾ ਨਹੀਂ ਸੀ ਲੱਭਿਆ? ਕੀ ਕਲਕੱਤੇ ਵੀ ਇਸ ਦੀ ਦਵਾਈ ਨਹੀਂ ਸੀ ਮਿਲਦੀ? ਕੀ ਉਹ ਦਵਾਈ ਖਾ ਕੇ ਮੁੜ ਪਿੰਡ ਦੇ ਕਾਰਜ ਵਿੱਚ ਭਾਗ ਨਹੀਂ ਸੀ ਲੈ ਸਕਦੀ? ਕੀ ਕਿਸੇ ਤਰੀਕੇ ਨਾਲ ਉਹ ਪਹਿਲਾਂ ਵਾਂਗ 9/9 ਖੇਰੂ ਖੇਰੂ ਹੋ ਰਹੇ ਆਪਣੇ ਪਰਿਵਾਰ ਦਾ ਜਾਂ ਕਿਣਕਾ ਕਿਣਕਾ ਕਿਰ ਰਹੇ ਆਪਣੇ ਪਿੰਡ ਨੂੰ ਮੁੜ ਆਪਣੀ ਮੁੱਠੀ ਵਿੱਚ ਲੈ ਇਕੱਠਿਆਂ ਨਹੀਂ ਸੀ ਕਰ ਸਕਦੀ? ਉਸ ਦੇ ਰੋਗ ਦਾ ਕੋਈ ਨਾ ਕੋਈ ਦਾਰੂ ਕਿਧਰੇ ਨਾ ਕਿਧਰੇ ਤਾਂ ਜ਼ਰੂਰ ਹੋਵੇਗਾ। ਠੇਕੇਦਾਰ ਸੰਤ ਰਾਮ ਤੋਂ ਕੋਈ ਅਜਿਹੀ ਵਸਤੂ ਜ਼ਰੂਰ ਮਿਲ ਸਕਦੀ ਸੀ ਜਿਸ ਨਾਲ ਉਹ ਪਹਿਲਾਂ ਵਰਗੀ ਹੀ ਹੋ ਕੇ ਬੈਠ ਜਾਂਦੀ। ਸੰਤ ਰਾਮ ਨੇ ਅੱਧੇ ਪਿੰਡ ਨੂੰ ਤਾਰ ਦਿੱਤਾ ਸੀ ਕਿ ਉਹ ਇਸ ਬੁੱਢੜੀ ਦੀ ਫਰਿਆਦ ਨਹੀਂ ਸੀ ਸੁਣ ਸਕਦਾ। ਬੇਬੇ ਦਾ ਜੀ ਕਰਦਾ ਸੀ ਕਿ ਮਿਸਤਰੀ ਸੰਤ ਰਾਮ ਤੇ ਨਸੀਬ ਰੱਬ ਨੂੰ ਗਿੱਚਿਓਂ ਫੜ ਕੇ ਉਸ ਦੇ ਕੋਲ ਲੈ ਆਉਣ ਤੇ ਉਹ ਪੈਰੀ ਪੈ ਕੇ ਆਪਣੀ ਦਿੱਤੀ ਬਿਮਾਰੀ ਬੇਬੇ ਤੋਂ ਵਾਪਸ ਲੈ ਲਵੇ। ਉਹਨੂੰ ਲੱਗਦਾ ਸੀ ਪਿੰਡ ਦੇ ਦੋ ਸਾਡੇ ਜਿਹੜੇ ਬੰਦੇ ਹੈਗਾ, ਸੰਤ ਰਾਮ ਹੋ ਗਿਆ, ਨਸੀਬ ਹੋ ਗਿਆ, ਇਹ ਮੇਰੀ ਬਿਮਾਰੀ ਨੂੰ ਜ਼ਰੂਰ ਦੂਰ ਕਰ ਸਕਦੇ ਹੈ। ਇਸ ਤੋਂ ਅੱਗੇ ਵਿਦਿਆਰਥੀਓ, ਉਸ ਦੀ ਨਜ਼ਰ ਵਿੱਚ ਸੰਤ ਰਾਮ ਉਸ ਸਪੇਰਾ ਸੀ ਜਿਹੜਾ ਆਪਣੇ ਕਰਤੱਵ ਨਾਲ ਸੱਪ ਦੇ ਡੰਗੇ ਦਾ ਇਲਾਜ ਕਰਨ ਲਈ ਉਸ ਸੱਪ ਨੂੰ ਬੰਨ੍ਹ ਲਿਆਉਣਾ ਸੀ ਜਿਸ ਨੇ ਡੰਗਿਆ ਹੋਵੇ, ਅਤੇ ਸੱਪ ਨੂੰ ਸਪੇਰੇ ਦਾ ਹੁਕਮ ਮੰਨ ਕੇ ਆਪਣੀ ਇਸ ਵਿਸ਼ ਚੂਸਣੀ ਪੈਂਦੀ ਸੀ। ਕਹਿੰਦਾ ਵੀ ਇਸ ਤਰ੍ਹਾਂ ਦਾ ਸਪੇਰਾ ਸੰਤ ਰਾਮ ਤਾਂ ਕਿ ਜੇ ਕਿਸੇ ਬੰਦੇ ਨੂੰ ਕੋਈ ਸੱਪ ਡੰਗ ਜੇ ਤਾਂ ਉਸ ਸੱਪ ਨੂੰ ਫੜ ਕੇ ਲਿਆਉਣ ਵਾਲੇ ਸਪੇਰੇ ਦੀ ਤਰ੍ਹਾਂ ਉਹ ਜਿਹੜਾ ਸੱਪ ਨੂੰ ਵਾਪਸ ਲਿਆ ਕੇ ਜਿਹਨੂੰ ਉਹਨੇ ਡੰਗਿਆ ਉਸੇ ਨੂੰ ਕਹੇ ਕਿ ਇਹਦੀ ਜਿਹੜੀ ਵਿਸ਼ ਹੈਗੀ ਜ਼ਹਿਰ ਹੈਗੀ ਇਹਨੂੰ ਚੂਸ ਲੈ। ਇਸੇ ਤਰ੍ਹਾਂ ਸੰਤ ਰਾਮ ਰੱਬ ਨੂੰ ਕਾਬੂ ਕਰਕੇ ਲੈ ਆਊਗਾ ਅਤੇ ਮੇਰੀ ਜਿਹੜੀ ਬਿਮਾਰੀ ਆ ਉਹਨੂੰ ਦੂਰ ਕਰ ਦੇਊਗਾ। ਪਹਿਲਾਂ ਜੰਝ ਵਿੱਚ ਬੈਠਣ ਵਾਲੀ ਤੇ ਹੁਣ ਰਾਜੀ ਹੋਣ ਵਾਲੀ ਗੱਲ ਨੇ ਜੰਮੂ ਵਾਲੀ ਬੇਬੇ ਦੇ ਮੂੰਹ 'ਤੇ ਇੱਕ ਅਜੀਬ ਜਿਹੀ ਰੌਣਕ ਲੈ ਆਉਂਦੀ ਸੀ। ਨਸੀਬ ਨੂੰ ਜਾਪਿਆ ਕਿ ਉਹ ਅੱਧੇ ਸਰੀਰ ਨਾਲ ਹੀ ਉੱਠ ਕੇ ਤੁਰਨ ਫਿਰਨ ਲੱਗ ਜਾਵੇਗੀ। ਨਸੀਬ ਨੇ ਬੇਬੇ ਨੂੰ ਤਸੱਲੀ ਕਰਵਾਈ ਕਿ ਅੱਜ ਦੁਨੀਆ ਵਿੱਚ ਕੋਈ ਇਲਾਜ ਨਹੀਂ। ਕਹਿੰਦਾ ਵੀ ਕੋਈ ਇਲਾਜ ਇਹੋ ਜਿਹਾ ਨਹੀਂ ਜਿਹਦਾ ਕੋਈ ਬਿਮਾਰੀ ਇਹੋ ਜਿਹੀ ਨਹੀਂ ਜਿਹੜੀ ਇਲਾਜ ਹੋਵੇ। ਡਾਕਟਰ ਕੋਲ ਹਰ ਇੱਕ ਰੋਗ ਦਾ ਦਾਰੂ ਹੈ। ਇਸ ਲਈ ਬੇਬੇ ਨੂੰ ਇੰਨਾ ਨਿਰਾਸ਼ ਨਹੀਂ ਸੀ ਹੋਣਾ ਚਾਹੀਦਾ। ਪਰ ਇਹ ਗੱਲ ਸੁਣ ਕੇ ਬੇਬੇ ਦੇ ਮੂੰਹ 'ਤੇ ਰੌਣਕ ਕੁਝ ਮੱਠੀ ਪੈ ਗਈ। ਉਹ ਸ਼ਾਇਦ ਬਿਲਕੁਲ ਅਰੋਗ ਵੀ ਨਹੀਂ ਸੀ ਹੋਣਾ ਚਾਹੁੰਦੀ। 6 ਮਹੀਨੇ ਵਿੱਚ ਉਸ ਦੇ ਖਿਆਲ ਅਨੁਸਾਰ ਦੁਨੀਆ ਇੰਨੀ ਬਦਲ ਚੁੱਕੀ ਸੀ ਕਿ ਮੁੜ ਬੇਬੇ ਦੇ ਕਾਬੂ ਵਿੱਚ ਨਹੀਂ ਆ ਸਕਦੀ। ਕਹਿੰਦੀ ਜਿਹੜੀ ਦੁਨੀਆ ਦੇ ਵਿੱਚ ਉਹ ਵਿਚਰ ਰਹੀ ਸੀਗੀ ਉਹ ਦੁਨੀਆ ਉਹਦਾ ਕਹਿਣਾ ਨਹੀਂ ਮੰਨੂਗੀ, ਇੰਨਾ ਕੁ ਬਦਲ ਗਈ ਹੈ। ਉਸ ਦੇ ਨੂੰਹ ਪੁੱਤਰ ਉਸਦੇ ਸਾਕ ਸੰਬੰਧੀ ਕੁਝ ਹੋਰ ਹੋ ਗਏ ਸਨ। ਉਹ ਉਹਨਾਂ ਨੂੰ ਕਿਸੇ ਤਰ੍ਹਾਂ ਮਜਬੂਰ ਕਰ ਸਕਦੀ ਸੀ ਕਿ ਉਹ ਸਾਰੇ ਉਸ ਨੂੰ ਪਹਿਲਾਂ ਵਾਂਗ ਹੀ ਆਦਰ ਦੇਣ। ਪਿੰਡ ਦਾ ਅਰਜੀ ਨਵੀਸ ਦੱਸਦਾ ਹੁੰਦਾ ਸੀ ਕਿ ਜੇ ਉਸ 4 ਦਿਨ ਕੰਮ ਉੱਤੇ ਨਹੀਂ ਸੀ ਜਾਂਦਾ ਤਾਂ ਤਹਿਸੀਲ ਦਾ ਸਾਰੀ ਦੁਨੀਆ ਬਦਲ ਚੁੱਕੀ ਹੁੰਦੀ ਸੀ। ਉਸ ਦੇ ਪੱਕੇ ਗਾਹਕ ਵੀ ਨਵੇਂ ਅਰਜੀ ਨਵੀਸ ਤੋਂ ਕੰਮ ਕਰਵਾਉਣਾ ਸ਼ੁਰੂ ਕਰ ਦਿੰਦੇ ਸਨ। ਬੇਬੇ ਤਾਂ ਭਲਾ 6 ਮਹੀਨੇ ਤੋਂ ਬਿਮਾਰ ਸੀ। ਪਤਾ ਨਹੀਂ ਉਸ ਦੀ ਦੁਨੀਆ ਕਿਸੇ ਨੇ ਮੰਨ ਲਈ ਸੀ। ਬੇਬੇ ਨੂੰ ਉਸ ਦੁਨੀਆ ਤੋਂ ਡਰ ਲੱਗਦਾ ਸੀ ਜਿਸ ਦੀ ਉਹ ਰਾਜੀ ਹੋ ਕੇ ਮਾਲਕਣ ਨਹੀਂ ਸੀ ਹੋ ਸਕਦੀ। ਹੁਣ ਉਸ ਨੂੰ ਕੌਣ ਜਾਣਦਾ ਸੀ। ਉਹ ਉਦਾਸ ਹੋ ਗਈ। ਉਸਨੇ ਕਿਸੇ ਦੀ ਜੰਝ ਤੋਂ ਕੀ ਲੈਣਾ ਸੀ। ਕਿਸੇ ਦੀਆਂ ਖੁਸ਼ੀਆਂ ਵਿੱਚ ਉਹਦੇ ਲਈ ਕਾਹਦੀ ਧੀਰਜ ਸੀ ਜਦ ਉਹ ਆਪ ਮੋਏ ਵਿਛੜਿਆਂ ਨਾਲੋਂ ਵੱਧ ਹੋ ਚੁੱਕੀ ਸੀ। ਨਸੀਬ ਚੁੱਪਚਾਪ ਜੰਮੂ ਵਾਲੀ ਦੇ ਚਿਹਰੇ ਵੱਲ ਤੱਕਦਾ ਰਿਹਾ। ਉਸਦੇ ਮੱਥੇ ਉੱਤੇ ਉਸਦੀਆਂ ਸੋਚਾਂ ਛਾਪੇ ਦੇ ਅੱਖਰਾਂ ਵਾਂਗ ਪ੍ਰਤੱਖ ਸਨ। ਉਸ ਦੀਆਂ ਅੱਖਾਂ ਦੂਰ ਪਰੇ ਸੁੰਨੇ ਵਿੱਚ ਗੱਡੀਆਂ ਹੋਈਆਂ ਸਨ, ਸੁੰਨੇਪਨ ਦੇ ਵਿੱਚ ਗੱਡੀਆਂ ਹੋਈਆਂ ਸਨ। ਉਸ ਦੇ ਮਨ ਦੇ ਵਿੱਚ, ਉਹਦੀਆਂ ਅੱਖਾਂ ਦੇ ਵਿੱਚ ਸੁੰਨਾਪਨ ਸਾਫ਼ ਦਿਖਾਈ ਦਿੰਦਾ ਸੀ। ਉਹ ਆਪਣੇ ਅੰਦਰਲੀ ਅੱਖ ਨਾਲ ਲੋਕਾਂ ਨੂੰ ਅਵਟਗ੍ਰਹੀ ਤੋਂ ਡਰ ਕੇ ਭੱਜਦਿਆਂ ਤੱਕ ਸਕਦੀ ਸੀ। ਉਹ ਦੇਖ ਰਹੀ ਸੀ ਕਿ ਅਨੇਕਾਂ ਬੰਦਿਆਂ ਨੇ ਆਪਣੇ ਡੇਰੇ ਘਰਾਂ ਵਿੱਚ ਨਿਕਲ ਕੇ ਉੱਚੇ ਉੱਚੇ ਟਿੱਬਿਆਂ ਉੱਤੇ ਲਾ ਲਏ ਸਨ।
ਉਸ ਨੂੰ ਜਾਪਦਾ ਸੀ ਜਿਵੇਂ ਉਸ ਦਾ ਸਾਰਾ ਪਰਿਵਾਰ ਉਸ ਨੂੰ ਤੂੜੀ ਵਾਲੀ ਕੋਠੜੀ ਵਿੱਚ ਛੱਡ ਕੇ ਮਾਤਾ ਰਾਣੀ ਦੇ ਟਿੱਬੇ ਉੱਤੇ ਜਾ ਬੈਠਾ ਸੀ। ਉਹ ਵੇਖ ਸਕਦੀ ਸੀ ਕਿ ਉਸ ਦੇ ਪਰਿਵਾਰ ਤੇ ਇੱਕ ਵੀ ਜੀ ਨੂੰ ਉਹਦੇ ਨਾਲ ਕੋਈ ਲਗਾਓ ਨਹੀਂ ਸੀ ਰਿਹਾ। ਜਿਹੜੀ ਭਾਖੜਾ ਡੈਮ ਟੁੱਟਣ ਵਾਲਾ ਸੀ, ਉਸ ਟੁੱਟਣ ਵਾਲੇ ਡੈਮ ਕਾਰਨ ਦੁਨੀਆ ਦੇ ਵਿੱਚ ਕਿਵੇਂ ਭਗਦੜ ਸੀਗੀ, ਅਤੇ ਇਸ ਕਰਕੇ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਤਾ ਛਾਈ ਹੋਈ ਸੀਗੀ। ਪਰ ਉਹ ਚਾਹੁੰਦੀ ਸੀ ਕਿ ਉਹ ਬੰਨ ਟੁੱਟੇ ਤਾਂ ਸਾਰੇ ਲੋਕ ਇੱਕ ਹੋ ਜਾਣਗੇ, ਭਾਵ ਸਾਰੇ ਮੇਰੀ ਤਰ੍ਹਾਂ ਬਣ ਜਾਣਗੇ, ਜਿਹੜੇ ਤਰਸ ਦੇ ਪਾਤਰ ਬਣ ਜਾਣਗੇ ਜਾਂ ਅਸਹਾਏ ਹੋ ਜਾਣਗੇ ਜਿਸ ਤਰ੍ਹਾਂ ਮੈਂ ਅਸਹਾਏ ਹੈਗੀ ਹਾਂ। ਪਰਮਾਤਮਾ ਬੜਾ ਬੇਅੰਤ ਸੀ ਜਿਸ ਨੇ ਭਾਖੜੇ ਦੀ ਝੀਲ ਵਿੱਚ ਮਣਾ ਮੂੰਹੀ ਪਾਣੀ ਡੱਕ ਛੱਡਿਆ ਸੀ। ਬੇਬੇ ਨੂੰ ਝੀਲ ਦਾ ਪਾਣੀ ਵਿਸ਼ ਘੋਲਦਾ ਦਿਖਾਈ ਦੇ ਰਿਹਾ ਸੀ। ਪਾਣੀ ਜਿਵੇਂ ਅੰਦਰੋਂ ਅੰਦਰ ਬਲ ਖਾ ਰਿਹਾ ਹੋਵੇ। ਉਹ ਜਾਣਦੀ ਸੀ ਕਿ ਇਹੋ ਜਿਹੀ ਅਫਵਾਹ ਕਦੀ ਝੂਠੀ ਨਹੀਂ ਸੀ ਹੋ ਸਕਦੀ। ਉਸ ਨੇ ਆਪਣੀ ਜਵਾਨੀ ਵਿੱਚ ਕੋਟੇ ਦੇ ਭੁਚਾਲ ਦੀਆਂ ਅਨੇਕਾਂ ਖਬਰਾਂ ਸੁਣੀਆਂ ਸਨ। ਉਦੋਂ ਉਸ ਨੂੰ ਇਹ ਸਭ ਕੁਝ ਸੁਣ ਕੇ ਬੜਾ ਦੁੱਖ ਹੋਇਆ ਸੀ, ਪਰ ਭਾਖੜਾ ਦੇ ਬੰਨ੍ਹ ਦਾ ਟੁੱਟਣਾ ਤਾਂ ਉਸ ਨੂੰ ਰੱਬੀ ਦਾਤ ਜਾਪਦਾ ਸੀ ਜਿਸ ਨੇ ਇੱਕੋ ਹੱਲੇ ਸਾਰੇ ਪੰਜਾਬ ਨੂੰ ਮੁਕਤ ਕਰ ਦੇਣਾ ਸੀ। ਉਹਦਾ ਜੀ ਕਰਦਾ ਸੀ ਕਿ ਉਹ ਕਿਸੇ ਤਰੀਕੇ ਨਾਲ ਉਸ ਇੰਜੀਨੀਅਰ ਨੂੰ ਮਿਲੇ ਜਿਸ ਨੇ ਇੰਨੇ ਸਾਰਾ ਪਾਣੀ ਕੈਦ ਕਰ ਛੱਡਿਆ ਸੀ। ਬੇਬੇ ਦਾ ਨਿਸ਼ਚਾ ਸੀ ਕਿ ਇੰਜੀਨੀਅਰ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਸ਼ੁਭ ਦਿਹਾੜੇ ਜਦੋਂ ਉਹ ਅਧਰੰਗ ਦੀ ਰੋਗੀ ਹੋ ਕੇ ਜ਼ਿੰਦਗੀ ਦੇ ਤੋਂ ਆਤਰ ਹੋ ਚੁੱਕੀ ਹੋਵੇਗੀ ਤਾਂ ਉਹ ਏਡਾ ਵੱਡਾ ਬੰਨ੍ਹ ਮੱਕੀ ਦੇ ਟਾਂਡੇ ਵਾਂਗ ਟੁੱਟ ਜਾਵੇਗਾ। ਹੁਣ ਵਿਦਿਆਰਥੀ ਦੇਖੋ ਉਹਦੇ ਮਨ ਦੀ ਸੋਚ ਇਹ ਸੀਗੀ ਕਿ ਕਿਸੇ ਨਾ ਕਿਸੇ ਢੰਗ ਨਾਲ ਜਦੋਂ ਇਹ ਬੰਨ੍ਹ ਟੁੱਟ ਜੂਗਾ ਤਾਂ ਸਾਰੀਆਂ ਸਮੱਸਿਆਵਾਂ ਦਾ ਮੇਰਿਆਂ ਦਾ ਹੱਲ ਆਪਣੇ ਆਪ ਹੀ ਹੋ ਜੂਗਾ। ਬੇਬੇ ਨੇ ਸੁੰਝ ਵਿੱਚੋਂ ਨਿਗਾਹ ਮੋੜ ਕੇ ਕੋਲ ਖੜੇ ਨਸੀਬ ਵੱਲ ਤੱਕਿਆ ਤੇ ਬੋਲੀ, ਹਾਂ ਸੱਚ ਤੈਨੂੰ ਤਾਂ ਸਾਰਾ ਪਤਾ ਹੋਣਾ ਹੈ। ਇਸ ਭਾਖੜੇ ਦੇ ਟੁੱਟਣ ਬਾਰੇ ਕਿੰਨੇ ਕੁ ਦਿਨ ਰਹਿੰਦੇ ਨੇ ਭਲਾ? ਕੀ ਇਹ ਚੰਦਰਾ ਕੁਝ ਦਿਨ ਕੱਢੂ ਵੀ ਕਿ ਨਹੀਂ? ਉਸ ਨੇ ਆਖਰੀ ਫਿਕਰਾ ਆਪਣੇ ਮਨ ਉੱਤੇ ਬਹੁਤ ਸਾਰਾ ਭਾਰ ਪਾ ਕੇ ਬੋਲਿਆ ਤਾਂ ਕਿ ਕੋਲ ਖੜਾ ਨਸੀਬ ਇਹ ਨਾ ਭਾਵ ਸਕੇ ਕਿ ਭਾਖੜੇ ਦਾ ਬੰਨ੍ਹ ਟੁੱਟਣ ਦੀ ਬੇਬੇ ਨੂੰ ਬਹੁਤ ਖੁਸ਼ੀ ਹੈ। ਆਹ ਗੱਲ ਹੈ ਅਸਲੀ ਵਿਦਿਆਰਥੀਓ। ਉਹਦੇ ਮਨ ਅੰਦਰੇ ਅੰਦਰ ਖੁਸ਼ ਸੀਗਾ, ਕਿਉਂਕਿ ਜਦੋਂ ਬੰਦਾ ਆਤਰ ਹੋ ਜਾਂਦਾ, ਬੰਦਾ ਸਾਰੇ ਪਾਸਿਆਂ ਤੋਂ ਕੋਈ ਰਾਹ ਨਹੀਂ ਦਿਖਦਾ ਉਹਨੂੰ, ਤਾਂ ਉਹਦੇ ਸਾਹਮਣੇ ਮੌਤ ਦਿਖਦੀ ਹੈ ਅਤੇ ਉਹਨੂੰ ਲੱਗਦਾ ਕਿ ਜੇਕਰ ਮੌਤ ਆਵੇ ਤਾਂ ਫਿਰ ਸਾਰਿਆਂ ਨੂੰ ਬਰਾਬਰ ਆਵੇ। ਜੇ ਭਾਖੜਾ ਡੈਮ ਟੁੱਟੂਗਾ ਤਾਂ ਸਾਰੇ ਲੋਕ ਹੀ ਮਰਨਗੇ। ਇਸ ਗੱਲ ਦਾ ਬੇਬੇ ਨੂੰ ਖੁਸ਼ੀ ਹੈ। ਇਹ ਮਨ ਦੇ ਵਿੱਚ ਉਹਦੇ ਅੰਦਰੇ ਅੰਦਰ ਇੰਨਾ ਕੁਦਰਤੀ ਸੀ ਕਿ ਨਸੀਬ ਬੇਬੇ ਦੇ ਮਨ ਵਿੱਚ ਖੋਲ ਰਹੇ ਭਾਖੜੇ ਸੰਬੰਧੀ ਵਿਚਾਰਾਂ ਨੂੰ ਨਹੀਂ ਸੀ ਭਾਂਪ ਸਕਿਆ। ਉਹ ਇਹ ਵੀ ਜਾਣਦਾ ਸੀ ਕਿ ਅਜਿਹਾ ਕੋਈ ਗੱਲ ਦੂਰ ਭਵਿੱਖ ਵਿੱਚ ਵੀ ਨਹੀਂ ਸੀ ਵਾਪਰਨ ਵਾਲੀ। ਤੈਨੂੰ ਕੀ ਹੋ ਗਿਆ ਬੇਬੇ? ਤੂੰ ਤਾਂ ਐਵੇਂ ਡਰੀ ਜਾਂਦੀ ਹੈ। ਕੋਈ ਬੰਨ ਬੁੰਨ ਨਹੀਂ ਟੁੱਟਣਾ। ਉਹ ਕੋਈ ਲੱਲੂ ਪੰਜੂ ਦਾ ਬਣਾਇਆ ਹੋਇਆ ਮਹਾਂ ਕਾਰੀਗਰਾਂ ਦੇ ਹੱਥ ਲੱਗੇ ਨੇ ਉਸ ਨੂੰ। ਲੋਕ ਤਾਂ ਸਹੁਰੇ ਕੰਜਰ ਨੇ ਜਿਹੜੇ ਇਹੋ ਜਿਹੀਆਂ ਅਫਵਾਹਾਂ ਫੈਲਾ ਛੱਡਦੇ ਨੇ। ਤੂੰ ਨਿਸ਼ਚਿੰਤ ਸੁੱਤੀ ਰਿਹਾ ਕਰ ਮੌਜ ਨਾਲ। ਉਸਨੇ ਬੇਬੇ ਨੂੰ ਭਰੋਸਾ ਦਿਵਾਇਆ। ਨਸੀਬ ਨੇ ਤੱਕਿਆ ਕਿ ਬੇਬੇ ਦਾ ਮੂੰਹ ਇਹ ਸੁਣ ਕੇ ਪੂਣੀ ਵਰਗਾ ਚਿੱਟਾ ਹੋ ਗਿਆ ਹੈ। ਉਸਦੀ ਇੱਕ ਪਾਸੇ ਦੀ ਨਬਜ਼ ਤੇਜ਼ ਚੱਲਣ ਲੱਗੀ ਹੈ। ਉਹ ਧੜਕਦੇ ਦਿਲ ਨਾਲ ਬੋਲੀ ਜਿਵੇਂ ਉਸ ਨਾਲ ਬਹੁਤ ਵੱਡੀ ਠੱਗੀ ਹੋ ਗਈ ਹੋਵੇ। ਉਹ ਮੰਜੇ ਉੱਤੇ ਇੰਝ ਨਿਰਾਸ਼ ਹੋ ਕੇ ਢਹਿ ਪਈ ਜਿਵੇਂ ਉਸਦੇ ਜਿਉਂਦੇ ਪਾਸੇ ਵਿੱਚ ਵੀ ਜਾਨ ਨਹੀਂ ਸੀ ਰਹੀ। ਸੋ ਵਿਦਿਆਰਥੀਓ, ਇਹ ਹੈ ਮਾਨਸਿਕ ਸਥਿਤੀ ਉਸ ਔਰਤ ਦੀ, ਜੰਮੂ ਵਾਲੀ ਬੇਬੇ ਦੀ, ਕਿ ਜਦੋਂ ਬਿਮਾਰ ਪੈ ਜਾਂਦੀ ਹੈ, ਆਤੁਰ ਹੋ ਜਾਂਦੀ ਹੈ, ਸਮਾਜ ਦੇ ਵਿੱਚ ਉਹਨੂੰ ਕੋਈ ਪੁੱਛਦਾ ਨਹੀਂ, ਤਾਂ ਉਦੋਂ ਬਾਅਦ ਇੱਕ ਖਬਰ ਮਿਲਦੀ ਹੈ ਉਹਨੂੰ ਕਿ ਭਾਖੜਾ ਡੈਮ ਟੁੱਟਣ ਵਾਲਾ ਹੈ, ਤਾਂ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਜਾਗਦੀ ਹੈ ਕਿ ਇਸ ਘਟਨਾ ਦੇ ਨਾਲ ਸਾਰੇ ਇੱਕੋ ਜਿਹੇ ਹੋ ਜਾਣਗੇ, ਬਰਾਬਰ ਹੋ ਜਾਣਗੇ। ਜਿਹੜੇ ਤੰਦਰੁਸਤ ਲੋਕ ਆ ਉਹ ਵੀ ਪਾਣੀ ਦੇ ਪਹਿਣ ਦੇ ਵਿੱਚ ਬੈਠ ਜਾਣਗੇ, ਉਹ ਵੀ ਇਸ ਦੁਨੀਆ ਤੋਂ ਚਲੇ ਜਾਣਗੇ, ਸਾਰੇ ਲੋਕ ਇੱਕੋ ਜਿਹੇ ਹੋ ਜਾਣਗੇ। ਸੋ ਇਸ ਕਰਕੇ ਉਹਦੇ ਮਾਨਸਿਕ ਤੌਰ ਦੇ ਉੱਪਰ ਕਿਤੇ ਨਾ ਕਿਤੇ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਤੇ ਪਰ ਜਦੋਂ ਨਸੀਬ ਦੇ ਮੂੰਹੋਂ ਸੁਣਦੀ ਹੈ ਕਿ ਕੋਈ ਬੰਨ ਬੁੰਨ ਨਹੀਂ ਟੁੱਟਣ ਵਾਲਾ, ਤਾਂ ਉਹ ਨਿਰਾਸ਼ ਹੋ ਜਾਂਦੀ ਹੈ। ਉਹਦੇ ਮਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਨਿਰਾਸ਼ਤਾ ਫੈਲਦੀ ਹੈ ਕਿ ਉਹਨੂੰ ਲੱਗਦਾ ਕਿ ਦੂਸਰਾ ਪਾਸਾ ਵੀ ਜੋ ਉਹਦਾ ਮਾਰਿਆ ਗਿਆ ਹੁੰਦਾ। ਇਸ ਤਰ੍ਹਾਂ ਦੇ ਨਾਲ ਕਹਾਣੀਕਾਰ ਗੁਲਜ਼ਾਰ ਸੰਧੂ ਆਪਣੀ ਕਹਾਣੀ ਦੇ ਵਿੱਚ ਇੱਕ ਔਰਤ ਦੀ ਮਾਨਸਿਕ ਦਸ਼ਾ ਦੀ ਜ਼ਿਕਰ ਕਰਦਾ ਹੈ। ਗੁਲਜ਼ਾਰ ਸੰਧੂ ਦੀ ਇਹ ਖਾਸੀਅਤ ਹੈ, ਔਰ ਇਹ ਕਹਾਣੀ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਹੈ ਜਿਸ ਦੇ ਵਿੱਚ ਇੱਕ ਔਰਤ ਦੀ ਮਾਨਸਿਕ ਸਥਿਤੀ ਦਾ
ਵਰਣਨ ਕੀਤਾ ਗਿਆ ਔਰ ਕਿਸ ਢੰਗ ਦੇ ਨਾਲ ਉਹ ਸੋਚਦੀ ਹੈ ਕਿ ਜੇਕਰ ਮੈਂ ਬਿਮਾਰ ਹੈਗੀ ਹਾਂ ਤਾਂ ਸਾਰੇ ਲੋਕ ਹੀ ਮੇਰੇ ਵਰਗੇ ਹੋ ਜਾਣਗੇ। ਇਸ ਗੱਲ ਦੀ ਉਹਨੂੰ ਅੰਦਰੋਂ ਅੰਦਰ ਖੁਸ਼ੀ ਹੈ, ਬੇਸ਼ੱਕ ਉਹ ਇਸ ਚੀਜ਼ ਦੇ ਲਈ ਤਿਆਰ ਨਹੀਂ, ਖੁਸ਼ੀ ਨੂੰ ਜ਼ਾਹਰ ਨਹੀਂ ਕਰ ਰਹੀ। ਸੋ ਵਿਦਿਆਰਥੀਓ, ਇਸ ਕਹਾਣੀ ਦਾ ਪਾਠ ਚੰਗੀ ਤਰ੍ਹਾਂ ਤੁਸੀਂ ਕਰ ਲਿਓ। ਛੋਟੇ ਛੋਟੇ ਕੁਐਸਚਨ ਹੈ ਇਹਦੀ ਕਹਾਣੀ ਦੇ ਵਿੱਚ, ਜਿਵੇਂ ਇਸ ਕਹਾਣੀ ਦੇ ਮੁੱਖ ਪਾਤਰ ਕਿਹੜੇ ਕਿਹੜੇ ਹੈਗੇ, ਇਸ ਕਹਾਣੀ ਦਾ ਲੇਖਕ ਕੌਣ ਹੈਗਾ, ਸੋ ਇਸ ਕਹਾਣੀ ਦਾ ਵਿਸ਼ਾ ਕੀ ਹੈ, ਇਹਨਾਂ ਦੇ ਬਾਰੇ ਵੀ ਤੁਸੀਂ ਜ਼ਿਕਰ ਕਰ ਲਿਓ। ਜਿਹੜਾ ਲੈਕਚਰ ਇਹਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਸਾਰਿਆਂ ਜਿਹੜਿਆਂ ਪ੍ਰਸ਼ਨਾਂ ਦਾ ਆਨਸਰ ਜ਼ਰੂਰ ਮਿਲ ਜਾਊਗਾ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਦਿਨਾਂ ਦੇ ਵਿੱਚ ਅਗਲਾ ਲੈਕਚਰ ਦੇਵਾਂਗੇ।